ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਉੱਘੇ ਸੁਤੰਤਰਤਾ ਸੈਨਾਨੀ ਅਤੇ ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਅਤੇ ਕਵੀ ਵਲੀਅੱਪਨ ਓਲਗਾਨਾਥਨ ਚਿਦੰਬਰਮ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋर्ट। ਅੱਜ ਉੱਘੇ ਸੁਤੰਤਰਤਾ ਸੈਨਾਨੀ ਤੇ ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਦੀ ਜਯੰਤੀ ਹੈ। ਉਹਨਾਂ ਦਾ ਜਨਮ 18 ਨਵੰਬਰ 1910 ਨੂੰ ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲ੍ਹੇ ਵਿੱਚ ਹੋਇਆ ਸੀ। ਦੱਤ ਦਾ ਬਚਪਨ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਬੀਤਿਆ ਤੇ ਉੱਥੇ ਹੀ ਉਹਨਾਂ ਨੇ ਪੜ੍ਹਾਈ ਕੀਤੀ। ਕ੍ਰਾਂਤੀਕਾਰੀ ਦੇ ਰੂਪ ਵਿੱਚ ਉਹਨਾਂ ਦੀ ਜ਼ਿੰਦਗੀ ਜਵਾਨੀ ਤੋਂ ਵੀ ਪਹਿਲਾਂ ਸ਼ੁਰੂ ਹੋ ਗਈ ਸੀ, ਜਦੋਂ ਉਹਨਾਂ ਨੇ ਕਾਨਪੁਰ ਦੇ ਮਾਲ ਰੋਡ ਤੇ ਅੰਗਰੇਜ਼ਾਂ ਨੂੰ ਇੱਕ ਭਾਰਤੀ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਦੇਖਿਆ। ਉਹ ਬੱਚਾ ਸੜਕ ਤੇ ਘੁੰਮ ਰਿਹਾ ਸੀ, ਜੋ ਭਾਰਤੀਆਂ ਲਈ ਪਾਬੰਦੀਸ਼ੁਦਾ ਸੀ। ਇਸ ਘਟਨਾ ਨੇ ਬਟੁਕੇਸ਼ਵਰ ਦੱਤ ਤੇ ਡੂੰਘਾ ਪ੍ਰਭਾਵ ਪਾਇਆ ਤੇ ਉਹਨਾਂ ਨੇ ਅੰਗਰੇਜ਼ ਬ੍ਰਿਟਿਸ਼ ਉਪਨਿਵੇਸ਼ਵਾਦ ਹਕੂਮਤ ਵਿਰੁੱਧ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਪ੍ਰਤਾਪ ਦੇ ਸੰਪਾਦਕ ਸੁਰੇਸ਼ ਚੰਦਰ ਭੱਟਾਚਾਰਿਆ ਰਾਹੀਂ ਦੱਤ ਸਚਿੰਦਰ ਨਾਥ ਸਾਨਿਆਲ ਵਰਗੇ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆਏ, ਜੋ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਸਹਿ ਸੰਸਥਾਪਕ ਸਨ। ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਉਸ ਵੇਲੇ ਰੈਵੋਲਿਊਸ਼ਨਲ ਪਾਰਟੀ ਵਿੱਚ ਸ਼ਾਮਿਲ ਹੋਏ। ਕਾਨਪੁਰ ਵਿੱਚ ਰਹਿਣ ਦੌਰਾਨ ਉਹਨਾਂ ਦੀ ਦੋਸਤੀ ਡੂੰਘੀ ਹੁੰਦੀ ਗਈ। ਦੱਤ ਨੇ ਬੰਗਲਾ ਭਾਸ਼ਾ ਸਿੱਖਣ ਵਿੱਚ ਭਗਤ ਸਿੰਘ ਦੀ ਮਦਦ ਕੀਤੀ ਤੇ ਕਾਜ਼ੀ ਨਜ਼ਰੂਲ ਇਸਲਾਮ ਦੀ ਕਵਿਤਾ ਨਾਲ ਉਹਨਾਂ ਨੂੰ ਜਾਣੂ ਕਰਵਾਇਆ, ਜਿਸ ਨੂੰ ਉਹ ਅਕਸਰ ਗਾਉਂਦੇ ਸਨ। 8 ਅਪ੍ਰੈਲ 1929 ਨੂੰ ਜਦੋਂ ਟ੍ਰੇਡ ਡਿਸਪਿਊਟਸ ਤੇ ਪੰਜਾਬ ਸੇਫਟੀ ਬਿੱਲਾਂ ਦੇ ਵਿਰੋਧ ਵਿੱਚ ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਨੇ ਸੈਂਟਰਲ ਅਸੈਂਬਲੀ ਵਿੱਚ ਧੂਏ ਦੇ ਬੰਬ ਸੁੱਟੇ ਤਾਂ ਉਹਨਾਂ ਨੇ ਬਿਨਾਂ ਕਿਸੇ ਡਰ ਦੇ ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਦਾ ਨਾਸ਼ ਹੋਵੇ ਵਰਗੇ ਨਾਅਰੇ ਲਗਾਏ। ਬਟੁਕੇਸ਼ਵਰ ਦੱਤ ਨੂੰ ਅਸੈਂਬਲੀ ਬੰਬ ਕੇਸ ਵਿੱਚ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਹੋਈ। ਅੰਡੇਮਾਨ ਦੀ ਸੈਲੂਲਰ ਜੇਲ੍ਹ ਉਹਨਾਂ ਨੂੰ ਭੇਜ ਦਿੱਤਾ ਗਿਆ। ਉੱਥੇ ਉਹਨਾਂ ਨੇ ਸਿਆਸੀ ਕੈਦੀਆਂ ਦੇ ਅਧਿਕਾਰਾਂ ਲਈ 2 ਵਾਰ ਭੁੱਖ ਹੜਤਾਲ ਕੀਤੀ। ਬਾਅਦ ਵਿੱਚ 1937 ਵਿੱਚ ਉਹਨਾਂ ਨੂੰ ਸੈਲੂਲਰ ਤੋਂ ਹਜ਼ਾਰੀਬਾਗ ਜੇਲ੍ਹ ਭੇਜ ਦਿੱਤਾ ਗਿਆ। ਉੱਥੋਂ ਦੱਤ ਨੂੰ ਦਿੱਲੀ ਜੇਲ੍ਹ ਤੇ ਅੰਤ ਵਿੱਚ ਪਟਨਾ ਜੇਲ੍ਹ ਭੇਜਿਆ ਗਿਆ। ਦੱਤ ਨੂੰ 8 ਸਤੰਬਰ 1938 ਨੂੰ ਰਿਹਾ ਕੀਤਾ ਗਿਆ, ਕਿਉਂਕਿ ਉਹ ਕਈ ਬਿਮਾਰੀਆਂ ਕਾਰਨ ਉਹਨਾਂ ਦੀ ਹਾਲਤ ਵਿਗੜਨ ਲੱਗੀ। ਦੱਤ ਨੂੰ ਇਸ ਸ਼ਰਤ ਤੇ ਰਿਹਾ ਕੀਤਾ ਗਿਆ ਕਿ ਉਹ ਕਿਸੇ ਤਰ੍ਹਾਂ ਦੀ ਹਿੰਸਕ ਰਾਜਨੀਤੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਗੇ ਜਾਂ ਹਿੰਸਾ ਨੂੰ ਵਧਾਉਣ ਵਾਲੇ ਕਿਸੇ ਰਾਜਨੀਤਿਕ ਜਥੇਬੰਦੀ ਨਾਲ ਨਹੀਂ ਜੁੜਨਗੇ। ਰਿਹਾ ਹੋਣ ਤੇ ਉਹਨਾਂ ਦੀ ਸਿਹਤ ਠੀਕ ਹੋਣ ਲੱਗੀ ਤਾਂ ਦੱਤ ਫਿਰ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲੱਗੇ। ਬਟੁਕੇਸ਼ਵਰ ਦੱਤ ਨੇ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ 1947 ਵਿੱਚ ਰਿਹਾ ਕੀਤਾ ਗਿਆ। 20 ਜੁਲਾਈ 1965 ਨੂੰ ਦਿੱਲੀ ਵਿੱਚ ਕੈਂਸਰ ਨਾਲ ਬਟੁਕੇਸ਼ਵਰ ਦੱਤ ਦਾ ਦੇਹਾਂਤ ਹੋ ਗਿਆ। ਭਗਤ ਸਿੰਘ ਦੇ 85 ਵਰ੍ਹਿਆਂ ਦੀ ਉਮਰ ਦੇ ਮਾਤਾ ਜੀ ਅਕਸਰ ਹਸਪਤਾਲ ਵਿੱਚ ਬਟੁਕੇਸ਼ਵਰ ਦੱਤ ਨੂੰ ਦੇਖਣ ਜਾਂਦੇ ਸਨ। ਦੱਤ ਦੀ ਆਖਰੀ ਇੱਛਾ ਅਨੁਸਾਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਯਾਦਗਾਰ ਨੇੜੇ ਦੱਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਉੱਘੇ ਸੁਤੰਤਰਤਾ ਸੈਨਾਨੀ ਤੇ ਕਵੀ ਵਲੀਅੱਪਨ ਓਲਗਨਾਥਨ ਚਿਦੰਬਰਮ ਦੀ ਬਰਸੀ ਵੀ ਹੈ। ਉਹਨਾਂ ਨੂੰ ਓਸੀ ਵੀ ਕਿਹਾ ਜਾਂਦਾ ਸੀ। ਉਹ ਕੱਪਾਲੋਟੀਆ ਤਮਿਜਨ ਜਾਂ ਦਾ ਤਾਮਿਲ ਹੇਲਜ਼ਮੈਨ ਦੇ ਨਾਂ ਨਾਲ ਵੀ ਪ੍ਰਸਿੱਧ ਨੇ। ਉਹ ਪ੍ਰਸਿੱਧ ਵਕੀਲ, ਮਜ਼ਦੂਰ ਸੰਘ ਦੇ ਨੇਤਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾ ਵੀ ਸਨ। ਚਿਦੰਬਰਮ ਨੇ ਕੋਲਾ ਮਿੱਲਾਂ ਦੇ ਮਜ਼ਦੂਰਾਂ ਨੂੰ ਇਕਜੁੱਟ ਕੀਤਾ ਤੇ ਇਸ ਤਰ੍ਹਾਂ ਸਵਦੇਸ਼ੀ ਅੰਦੋਲਨ ਦੇ ਸਮਾਜਿਕ ਆਧਾਰ ਦਾ ਵਿਸਥਾਰ ਕੀਤਾ। ਮੁਸ਼ਕਿਲ ਪ੍ਰੀਖਿਆ ਤੋਂ ਗੁਜ਼ਰਨ ਤੋਂ ਬਾਅਦ ਉਹਨਾਂ ਨੇ ਬ੍ਰਿਟਿਸ਼ ਇੰਡੀਆ ਸਟੀਮ ਨੈਵੀਗੇਸ਼ਨ ਕੰਪਨੀ ਦੀ ਮੋਨੋਪੋਲੀ ਨੂੰ ਚੁਣੌਤੀ ਦੇਣ ਲਈ 1906 ਵਿੱਚ ਸਵਦੇਸ਼ੀ ਸਟੀਮ ਨੈਵੀਗੇਸ਼ਨ ਕੰਪਨੀ ਸਥਾਪਿਤ ਕੀਤੀ। ਤੂਤੀਕੋਰੇਨ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਸੁਤੰਤਰਤਾ ਅੰਦੋਲਨ ਦਾ ਗੜ੍ਹ ਬਣ ਗਿਆ ਸੀ। ਵੀਓ ਚਿਦੰਬਰਮ ਨੇ ਸਵਦੇਸ਼ੀ ਤੇ ਬਾਈਕਾਟ ਦੇ ਸਿਧਾਂਤ ਨਾਲ ਰਾਸ਼ਟਰਵਾਦ ਤੇ ਸੁਤੰਤਰਤਾ ਦੇ ਬੀਜ ਬੋਏ। ਅੰਗਰੇਜ਼ਾਂ ਨੇ ਉਹਨਾਂ ਤੇ ਰਾਜਧਰੋਹ ਦੇ ਇਲਜ਼ਾਮ ਲਗਾਏ ਤੇ ਜ਼ਿੰਦਗੀ ਭਰ ਲਈ ਕੈਦ ਦੀ ਸਜ਼ਾ ਦਿੱਤੀ। ਉਹਨਾਂ ਦਾ ਬੈਰਿਸਟਰ ਦਾ ਲਾਇਸੈਂਸ ਵੀ ਵਾਪਸ ਲੈ ਲਿਆ ਗਿਆ।
ਤੂਤੀਕੋਰੇਨ ਵਿੱਚ ਇੰਡੀਅਨ ਨੈਸ਼ਨਲ ਕਾਨਫਰੰਸ ਦੇ ਦਫ਼ਤਰ ਵਿੱਚ 18 ਨਵੰਬਰ 1936 ਨੂੰ VOC ਦਾ ਦੇਹਾਂਤ ਹੋ ਗਿਆ।